गुड मॉर्निंग स्टूडेंट्स। अज आप शुरू करन जा रहे हैं समाजिक विज्ञान का पाठ पहला। तो इस पाठ का नाम की है साधन किस्मां अते साम संभाल। साधन साधन की हुंदे हन? साधन यानी कि जिन्ना चीज़ों तो मनुख अपनी लोड़ां नूं पूरियां करता है वो सारे की हुंदे साधन। हुण मनुख की उत्पत्ति जिवें मनुख की उत्पत्ति का मतलब है जदों तो मनुख ने जन्म लिया, जिवें जिवें हौली हौली ਉਹਦਾ ਵਾਧਾ ਹੋਇਆ ਉਸੇ ਤਰ੍ਹਾਂ ਹੀ ਉਹਦੀਆਂ ਲੋੜਾਂ ਦਾ ਵੀ ਆਰੰਭ ਸ਼ੁਰੂ ਹੋ ਗਿਆ। ਅਤੇ ਸ਼ੁਰੂ ਵਿੱਚ ਤਾਂ ਉਹਦੀਆਂ ਲੋੜਾਂ ਬਹੁਤ ਘੱਟ ਸੀਗੀਆਂ ਕਿਉਂਕਿ ਉਹਨੂੰ ਖਾਣਾ ਪੀਣਾ ਵੀ ਜ਼ਿਆਦਾ ਨਹੀਂ ਆਉਂਦਾ ਸੀ, ਕੱਪੜੇ ਵੀ ਨਹੀਂ ਪਹਿਨਣੇ ਇਸ ਤਰ੍ਹਾਂ ਸਿਰਫ ਉਹਦਾ ਕਿੱਦੇ ਦੇ ਧਿਆਨ ਹੁੰਦਾ ਸੀ ਖਾਣ ਪੀਣ ਅਤੇ ਆਰਾਮ ਕਰਨ 'ਚ। ਪਰੰਤੂ ਜਿਵੇਂ ਜਿਵੇਂ ਉਹਦੇ ਦਿਮਾਗ ਦਾ ਵਿਕਾਸ ਹੋਇਆ ਹੈ ਨਾ, ਮਨੁੱਖ ਦੇ ਵਿਕਾਸ ਹੋਇਆ, ਮਨੁੱਖ ਨੇ ਦਿਮਾਗ ਉਹਦੇ ਜਦੋਂ ਚੱਲਣਾ ਸ਼ੁਰੂ ਕੀਤਾ ਤਾਂ ਉਹਦੀਆਂ ਲੋੜਾਂ ਵੀ ਵੱਧਦੀਆਂ ਗਈਆਂ। ਜਿਉਂ-ਜਿਉਂ ਮਨੁੱਖ ਦੀਆਂ ਲੋੜਾਂ ਵਧੀਆਂ ਤਿਉਂ-ਤਿਉਂ ਉਸਨੇ ਉਹਨਾਂ ਲੋੜਾਂ ਦੀ ਪੂਰਤੀ ਲਈ ਆਪਣੇ ਆਲੇ ਦੁਆਲੇ ਝਾਕਣਾ ਸ਼ੁਰੂ ਕੀਤਾ। ਠੀਕ ਹੈ, ਤਾਂ ਉਹਨੇ ਕੀ ਦੇਖਿਆ ਕਿ ਜਿੰਨੀਆਂ ਵੀ ਆਲੇ ਦੁਆਲੇ ਉਹਦੀਆਂ ਚੀਜ਼ਾਂ ਸੀ ਜਿਵੇਂ ਮਿੱਟੀ, ਦਰਖਤ, ਪਾਣੀ, ਹੈ ਨਾ, ਪੱਥਰ, ਇਹਨਾਂ ਸਾਰਿਆਂ ਨੂੰ ਵਰਤਣਾ ਸ਼ੁਰੂ ਕਰਤਾ। ਹੁਣ ਤੁਸੀਂ ਵੀ ਉਹਨੇ ਤੁਹਾਡੇ ਦਿਮਾਗ 'ਚ ਕੁਛ ਨਾ ਕੁਛ ਆ ਜਾਂਦਾ ਨਾ ਵੀ ਆਹ ਚੀਜ਼ਾਂ ਨੂੰ ਇਹਦਾ ਇਸ ਤਰ੍ਹਾਂ ਆਪਾਂ ਪ੍ਰਯੋਗ ਕਰੀਏ। ਪਰ ਉਹਦੀਆਂ ਹੌਲੀ ਹੌਲੀ ਕੀ ਹੋਇਆ, ਉਹਦੀਆਂ ਲੋੜਾਂ ਇੰਨੀਆਂ ਜ਼ਿਆਦਾ ਵੱਧ ਗਈਆਂ, ਅਸੀਮਿਤ ਹੋ ਗਈਆਂ ਕਿ ਉਹਨੂੰ ਹੋਰ ਵਸੀਲਿਆਂ 'ਤੇ ਨਿਰਭਰ ਰਹਿਣਾ ਪਿਆ। ਮਨੁੱਖ ਆਪਣੇ ਆਲੇ ਦੁਆਲੇ ਲੋੜਾਂ ਪੂਰੀਆਂ ਕਰਨ ਦਾ ਯਤਨ ਕਰਦਾ ਆਲੇ ਦੁਆਲੇ ਦੀਆਂ ਚੀਜ਼ਾਂ ਨਾਲ। ਅਤੇ ਇਹਨਾਂ ਪਰਿਸਥਿਤੀਆਂ ਨੂੰ ਅਸੀਂ ਸਾਧਨ ਜਾਂ ਸੋਮਿਆਂ ਦਾ ਨਾਂ ਦੇ ਦਿੰਦੇ ਹਾਂ। ਇਸ ਲਈ ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਗਏ ਸਾਧਨ, ਉਹ ਜੋ ਵੀ ਇਹ ਚੀਜ਼ਾਂ ਜਿਹੜੀਆਂ ਕਿ ਉਹਨਾਂ ਦੀ ਲੋੜਾਂ ਨੂੰ ਪੂਰੀ ਕਰਦੇ ਆ, ਉਹਨਾਂ ਨੂੰ ਕੀ ਕਹਿੰਦੇ ਆ? ਸਾਧਨ ਕਹਿੰਦੇ ਆ। ਠੀਕ ਹੈ, ਅਤੇ ਸਾਧਨ ਮਨੁੱਖ ਦੇ ਕਿਸੇ ਨਿਸ਼ਚਿਤ ਉਦੇਸ਼ ਦੀ ਪੂਰੀ ਕਰਦੇ ਆ। ਯਾਨੀ ਸਾਧਨ ਆਪਾਂ ਕਿਉਂ ਯੂਜ਼ ਕਰਦੇ ਹਾਂ? ਕਿਉਂਕਿ ਉਹ ਸਾਡੀਆਂ ਲੋੜਾਂ ਨੂੰ ਪੂਰੀ ਕਰਦੇ। ਮੰਨ ਲਓ ਤੁਸੀਂ ਮਾਰਕੀਟ ਜਾਣਾ ਤਾਂ ਤੁਸੀਂ ਆਖੋਗੇ ਵੀ ਮੇਰੇ ਕੋਲ ਤਾਂ ਕੋਈ ਸਾਧਨ ਹੈ ਨਹੀਂ ਜਾਣ ਵਾਸਤੇ। ਸਾਧਨ ਯਾਨੀ ਸਾਈਕਲ, ਸਕੂਟਰ, ਮੋਟਰਸਾਈਕਲ, ਕੁਛ ਵੀ ਹੋ ਸਕਦਾ ਅਤੇ ਉਹ ਤੁਹਾਡੀ ਕਿਹਦੀ ਲੋੜ ਪੂਰੀ ਕਰਦਾ ਪਿਆ? ਮਾਰਕੀਟ ਜਾਣ ਦੀ। ਸਾਧਨ ਕੁਦਰਤੀ ਵੀ ਹੁੰਦੇ ਆ ਅਤੇ ਗੈਰ ਕੁਦਰਤੀ, ਦੋ ਤਰ੍ਹਾਂ ਦੇ ਹੋ ਸਕਦੇ ਹੈਗੇ। ਕੁਦਰਤੀ ਸਾਧਨਾਂ ਵਿੱਚ ਕੀ ਹੁੰਦਾ? ਕੁਦਰਤੀ ਸਾਧਨ ਉਹ ਹੁੰਦੇ ਆ ਜਿਹੜੇ ਕਿ ਮਨੁੱਖ ਨੇ ਕੁਦਰਤ ਨੇ ਪ੍ਰਦਾਨ ਕੀਤੇ, ਜਿਵੇਂ ਕਿ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ, ਇਹ ਸਾਰੇ ਕੁਦਰਤੀ ਸਾਧਨ ਹੈ। ਗੈਰ ਕੁਦਰਤੀ ਸਾਧਨ ਕਿਹੜੇ ਹੁੰਦੇ? ਜਿਹੜੇ ਆਦਮੀ ਦੁਆਰਾ ਪੈਦਾ ਕੀਤੇ ਗਏ, ਯਾਨੀ ਕਿ ਮਸ਼ੀਨਰੀ, ਆਵਾਜਾਈ, ਢਾਂਚਾ, ਬਣਾਵਟੀ ਖਾਦਾਂ, ਇਹ ਸਾਰਾ ਕੁਛ ਕਿਹਨੇ ਬਣਾਇਆ? ਮਨੁੱਖ ਨੇ। ਇਹ ਸਾਧਨ ਭੌਤਿਕ ਵੀ ਹੋ ਸਕਦੇ ਆ ਅਤੇ ਅਭੌਤਿਕ ਵੀ ਹੋ ਸਕਦੇ ਆ। ਮਨੁੱਖੀ ਬੁੱਧੀ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਮਨੁੱਖੀ ਸਾਧਨ ਕਹਿੰਦੇ ਆ। ਠੀਕ ਹੈ, ਮਨੁੱਖੀ ਸਾਧਨ ਵੀ ਹੁੰਦਾ। ਮਨੁੱਖੀ ਸਾਧਨ ਕਿਹੜੇ ਹੁੰਦੇ? ਉਹਦੀ ਬੁੱਧੀ ਹੋ ਗਈ, ਗਿਆਨ ਅਤੇ ਕੰਮ ਕਰਨ ਦੀ ਕੁਸ਼ਲਤਾ। ਸਾਧਨ ਇੱਕ ਬਦਲਦੀ ਹੋਈ ਧਾਰਨਾ ਹੈ। ਸਾਧਨ ਬਦਲਦੇ ਰਹਿੰਦੇ, ਠੀਕ ਹੈ, ਜਿਹੜੇ ਕਿ ਗਿਆਨ ਅਤੇ ਤਕਨੀਕੀ ਵਿਕਾਸ ਦੇ ਅਨੁਸਾਰ ਵੱਧਦੇ ਰਹਿੰਦੇ ਆ ਜਾਂ ਸੁੰਗੜਦੇ ਰਹਿੰਦੇ ਆ। ਜਿਵੇਂ ਕਿ ਕੋਲਾ ਹੈ, ਕੋਲਾ ਜਾਂ ਤੇਲ ਜਿਹੜਾ ਹੈ ਉਹ ਪੁਰਾਣੇ ਮਨੁੱਖ ਲਈ ਅਤੇ ਜਹਾਜ਼ਾਂ ਦੀ ਖੋਜ ਤੋਂ ਪਹਿਲਾਂ ਮਤਲਬ ਆਧੁਨਿਕ ਮਨੁੱਖ ਲਈ ਕੋਈ ਜ਼ਿਆਦਾ ਮਤਲਬ ਨਹੀਂ ਸੀ ਰੱਖਦੇ। ਕਿਉਂਕਿ ਤੇਲ ਦਾ ਪਹਿਲੇ ਵਾਲੇ ਮਨੁੱਖਾਂ ਲਈ ਕੋਈ ਮਤਲਬ ਨਹੀਂ ਸੀ। ਨਾ ਤਾਂ ਉਹਨਾਂ ਕੋਲ ਜਹਾਜ਼ ਸੀ, ਨਾ ਉਹਨਾਂ ਕੋਲ ਰੇਲ ਗੱਡੀਆਂ ਸੀ, ਨਾ ਪੈਟਰੋਲ, ਨਾ ਸਕੂਟਰ, ਨਾ ਮੋਟਰਸਾਈਕਲ। ਇਸ ਲਈ ਉਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਸੀ ਉਹਨੂੰ। ਪਰ ਜਿਵੇਂ ਜਿਵੇਂ ਮਨੁੱਖ ਦੇ ਦਿਮਾਗ ਵਧਿਆ, ਉਹਨੇ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ ਤਾਂ ਇਹ ਸਾਧਨ ਜਿਹੜੇ ਤੇਲ ਵਗੈਰਾ ਹੈ ਇਹ ਉਹਨਾਂ ਦੇ ਕੰਮ ਆਉਣ ਦੀ ਚੀਜ਼ ਬਣ ਗਈ। ਅਤੇ ਸਾਰੇ ਸਾਧਨਾਂ ਦਾ ਵਿਕਾਸ ਜਿਹੜਾ ਹੈ ਉਹ ਮਨੁੱਖੀ ਸਾਧਨਾਂ ਦੇ ਵਿਕਾਸ 'ਤੇ ਹੀ ਨਿਰਭਰ ਕਰਦਾ। ਮਨੁੱਖ ਜਿੰਨਾ ਵੀ ਸਾਧਨਾਂ ਦਾ ਵਿਕਾਸ ਕਰਦਾ, ਬਾਕੀ ਸਾਧਨਾਂ ਦਾ ਵਿਕਾਸ ਵੀ ਉਵੇਂ ਹੀ ਹੁੰਦਾ ਹੈ। ਹੁਣ ਆਪਾਂ ਦੇਖਦੇ ਹਾਂ ਸਾਧਨਾਂ ਦੀਆਂ ਕਿਸਮਾਂ। ਕੁਦਰਤੀ ਜਾਂ ਗੈਰ ਕੁਦਰਤੀ ਸਾਧਨਾਂ ਉਹਨਾਂ ਦੀਆਂ ਕਈ ਕਿਸਮਾਂ ਹੁੰਦੀਆਂ। ਠੀਕ ਹੈ, ਇਹ ਕਿਵੇਂ ਨਿਰਭਰ ਕਰਦੀਆਂ ਕਿਹਦੇ ਉੱਤੇ? ਇਹ ਉਹਨਾਂ ਦੀ ਹੋਂਦ 'ਤੇ, ਉਪਲਬਧੀ 'ਤੇ, ਵਿਕਾਸ 'ਤੇ, ਇਹਦੇ ਉੱਤੇ ਨਿਰਭਰ ਕਰਦੀਆਂ। ਅਤੇ ਇਹ ਬਹੁਤ ਸਾਰੀਆਂ ਹੁੰਦੀਆਂ, ਇਹ ਤੁਹਾਨੂੰ ਅਸੀਂ ਹੁਣੇ ਦੱਸ ਦਿੰਦੇ ਹਾਂ। ਹਾਂ, ਕਿਹੜੀ ਕਿਸਮ ਦੇ ਸਾਧਨ ਹੁੰਦੇ? ਜੀਵ ਅਤੇ ਨਿਰਜੀਵ ਸਾਧਨ, ਵਿਕਾਸ ਅਤੇ ਸੰਭਾਵਿਤ ਸਾਧਨ, ਵਿਕਸਿਤ ਅਤੇ ਸੰਭਾਵਿਤ ਸਾਧਨ, ਮੁੱਕਣਯੋਗ ਅਤੇ ਨਾ ਮੁੱਕਣਯੋਗ, ਮਿੱਟੀ ਅਤੇ ਭੂਮੀ ਸਾਧਨ, ਸਮੁੰਦਰੀ ਅਤੇ ਖਣਿਜ ਸਾਧਨ ਅਤੇ ਮਨੁੱਖੀ ਸਾਧਨ। ਹੁਣ ਇਹਨਾਂ ਸਾਰੇ ਸਾਧਨਾਂ ਬਾਰੇ ਆਪਾਂ ਡਿਟੇਲ ਵਿੱਚ ਪੜ੍ਹਾਂਗੇ। ਜੀਵ ਅਤੇ ਨਿਰਜੀਵ ਸਾਧਨ ਕਿਹੜੇ ਹੁੰਦੇ? ਜੀਵ ਸਾਧਨ ਉਹ ਹੁੰਦੇ ਆ ਜਿਹੜੇ ਕਿ ਜਾਨਵਰ, ਠੀਕ ਹੈ, ਜਿਹੜੇ ਕਿ ਜਾਨਦਾਰ ਹੁੰਦੇ ਆ, ਜਿਵੇਂ ਕਿ ਜਾਨਦਾਰ ਵਸਤੂਆਂ, ਮਨੁੱਖ ਹੋ ਗਏ, ਪੇੜ ਪੌਦੇ ਹੋ ਗਏ, ਜੀਵ ਜੰਤੂ, ਇਹ ਸਾਰੇ ਕਿਹੜੇ ਆ? ਜੀਵ ਸਾਧਨ। ਅਤੇ ਨਿਰਜੀਵ ਸਾਧਨ ਕਿਹੜੇ ਹੁੰਦੇ ਆ? ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਣੀ, ਇਹ ਸਾਰੇ ਨਿਰਜੀਵ ਸਾਧਨ ਹੈ ਪਰ ਇਹ ਆਪਣੇ ਕੰਮ ਜ਼ਰੂਰ ਆਉਂਦੇ। ਉਸ ਤੋਂ ਬਾਅਦ ਵਿਕਸਿਤ ਅਤੇ ਸੰਭਾਵਿਤ ਸਾਧਨ, ਯਾਨੀ ਡਿਵੈਲਪਡ ਐਂਡ ਪੋਟੈਂਸ਼ੀਅਲ ਰਿਸੋਰਸ।
ਕੋਈ ਦੇਸ਼ ਕਿੰਨਾ ਕੁ ਅਮੀਰ ਹੈ ਇਹ ਇਹਦੇ ਉੱਤੇ ਨਿਰਭਰ ਕਰਦਾ ਹੈ ਵੀ ਉਹਦੇ ਕੋਲ ਕਿੰਨੇ ਕੁ ਸਾਧਨ ਹੈਗੇ। ਕੋਈ ਵੀ ਦੇਸ਼ ਕਿੰਨਾ ਅਮੀਰ ਹੈ ਕਿਹਦੇ ਉੱਤੇ ਨਿਰਭਰ ਕਰਦਾ ਹੈ ਵੀ ਉਹਦੇ ਕੋਲ ਕਿੰਨੇ ਸਾਧਨ ਹੈ ਨਾ। ਆਪਾਂ ਕਹਿ ਦਿੰਦੇ ਹਾਂ ਵੀ ਅਮਰੀਕਾ ਤਾਂ ਬੜਾ ਅਮੀਰ ਦੇਸ਼ ਹੈ। ਕਈ ਦੇਸ਼ਾਂ ਦੀ ਆਪਾਂ ਗੱਲ ਕਰਦੇ ਹਾਂ, ਚੀਨ ਦੀ ਗੱਲ ਕਰਦੇ ਹਾਂ, ਇਹ ਕਿਉਂ ਹੈਗੇ ਕਿਉਂਕਿ ਇਹਨਾਂ ਦੇ ਸਾਧਨਾਂ ਦੇ ਉੱਤੇ ਨਿਰਭਰ ਕਰਦੇ ਆ। ਜਿਵੇਂ ਕਿ ਸੋਨਾ, ਚਾਂਦੀ, ਕੋਲਾ, ਪੈਟਰੋਲੀਅਮ ਧਰਤੀ ਦੇ ਅੰਦਰ ਹੁੰਦੇ ਆ ਅਤੇ ਜੰਗਲ, ਪਾਣੀ, ਸੂਰਜੀ ਸ਼ਕਤੀ ਇਸ ਉਹਦੇ ਉੱਪਰ ਮੌਜੂਦ ਹੁੰਦੇ ਆ। ਜਿਹੜੇ ਸਾਧਨ ਕਿਸੇ ਲਾਭਦਾਇਕ ਮਕਸਦ ਵਾਸਤੇ ਵਰਤੇ ਜਾਂਦੇ ਆ ਉਹਨੂੰ ਵਿਕਸਿਤ ਸਾਧਨ ਕਹਿੰਦੇ ਆ। ਯਾਨੀ ਕਿ ਜਿਨ੍ਹਾਂ ਸਾਧਨਾਂ ਦਾ ਲਾਭ ਹੁੰਦਾ ਮਨੁੱਖ ਨੂੰ ਉਹਨੂੰ ਵਿਕਸਿਤ ਸਾਧਨ ਕਹਿੰਦੇ ਆ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਹਨਾਂ ਦੀ ਕੋਈ ਵਰਤੋਂ ਨਹੀਂ ਹੁੰਦੀ ਉਹਨਾਂ ਨੂੰ ਸੰਭਾਵਿਤ ਸਾਧਨ ਕਹਿੰਦੇ। ਯਾਨੀ ਕਿ ਉਹ ਸਾਧਨ ਧਰਤੀ 'ਤੇ ਹੈਗੇ ਆ, ਮੌਜੂਦ ਹੈਗੇ ਆ ਪਰ ਆਪਾਂ ਨੂੰ ਉਹਨਾਂ ਦਾ ਹਜੇ ਪਤਾ ਨਹੀਂ ਹੈਗਾ ਇੰਨਾ, ਅਤੇ ਉਹ ਸੰਭਾਵਿਤ ਸਾਧਨ ਪੋਟੈਂਸ਼ੀਅਲ ਕਹਿ ਦਿੰਦੇ ਆ। ਜਿਵੇਂ ਕਿ ਪਹਾੜਾਂ ਤੋਂ ਉੱਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਸੰਭਾਵਿਤ, ਆਪਾਂ ਨੂੰ ਪਤਾ ਹੈ ਕਿ ਪਾਣੀ ਤੋਂ ਬਿਜਲੀ ਬਣਦੀ ਹੈ ਪਰ ਇਹਦਾ ਯੂਜ਼ ਕਦੋਂ ਹੋਊਗਾ ਇਹ ਹਜੇ ਪਤਾ ਨਹੀਂ ਹੈ ਨਾ। ਧਰਤੀ ਦੇ ਹੇਠਾਂ ਦੱਬਿਆ ਹੋਇਆ ਕੋਲਾ ਬਹੁਤ ਵੱਡਾ ਸਾਧਨ ਹੈ, ਇਹ ਵੀ ਸੰਭਾਵਿਤ ਸਾਧਨ ਹੈ ਜਦੋਂ ਕਿ ਵਰਤਿਆ ਜਾ ਰਿਹਾ ਕੋਲਾ ਇੱਕ ਵਿਕਸਿਤ ਦਾਣਾ ਹੈ। ਹੁਣ ਜਿਹੜਾ ਧਰਤੀ ਦੇ ਅੰਦਰ ਹੈ ਉਹਦਾ ਤਾਂ ਕੋਈ ਫਾਇਦਾ ਨਹੀਂ ਜਦੋਂ ਤੱਕ ਉਹ ਬਾਹਰ ਨਹੀਂ ਆਉਂਦਾ। ਜਦੋਂ ਉਹ ਬਾਹਰ ਆ ਜਾਂਦਾ ਤਾਂ ਉਹ ਇੱਕ ਵਿਕਸਿਤ ਸਾਧਨ ਬਣ ਜਾਂਦਾ ਹੈ। ਉਸ ਤੋਂ ਬਾਅਦ ਆਉਂਦੇ ਮੁੱਕਣਯੋਗ ਅਤੇ ਨਾ ਮੁੱਕਣਯੋਗ। ਕੁਝ ਸਾਧਨ ਇਹੋ ਜਿਹੇ ਹੁੰਦੇ ਜਿਹੜੇ ਮੁੱਕਣਯੋਗ ਨਹੀਂ ਉਹ ਇੱਕ ਨਾ ਇੱਕ ਦਿਨ ਮੁੱਕ ਜਾਣਗੇ। ਜਿਵੇਂ ਕਿ ਕੋਲਾ, ਪੈਟਰੋਲੀਅਮ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇੱਕ ਨਾ ਇੱਕ ਦਿਨ ਮੁੱਕ ਜਾਣਗੀਆਂ। ਅਤੇ ਨਾ ਮੁੱਕਣਯੋਗ ਸਾਧਨ ਕਿਹੜੇ ਹੁੰਦੇ ਜਿਹੜੇ ਕਦੇ ਵੀ ਨਹੀਂ ਮੁੱਕਦੇ। ਜਿਵੇਂ ਕਿ ਸੂਰਜ ਦੀ ਰੋਸ਼ਨੀ, ਹਵਾ, ਪਾਣੀ, ਹੈ ਨਾ, ਇਹ ਸਾਰੇ ਜੰਗਲ ਵਗੈਰਾ ਇਹ ਕਦੇ ਵੀ ਨਹੀਂ ਮੁੱਕਦੇ, ਇਹ ਬਣਦੇ ਹੀ ਰਹਿੰਦੇ ਆ ਅਤੇ ਹੋਰ ਪੈਦਾ ਹੁੰਦੇ ਰਹਿੰਦੇ। ਠੀਕ ਹੈ, ਅਤੇ ਇਹ ਸਾਧਨ ਲਗਾਤਾਰ ਉਪਲਬਧ ਹੋ ਰਿਹਾ ਇਸ ਕਰਕੇ ਇਹਨਾਂ ਨੂੰ ਕੀ ਕਹਿੰਦੇ ਨਾ ਮੁੱਕਣਯੋਗ ਜਾਂ ਇਨਐਗਜ਼ੌਸਟੀਬਲ ਰਿਸੋਰਸਿਸ। ਮਿੱਟੀ ਅਤੇ ਭੂਮੀ ਸਾਧਨ। ਮਿੱਟੀ ਅਤੇ ਭੂਮੀ ਯਾਨੀ ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਹੁੰਦੀ ਹੈ ਜਿਹੜੀ ਕਿ ਮੂਲ ਚੱਟਾਨ ਤੋਂ ਬਣਦੀ ਹੈ। ਉਹਦੇ ਟੁੱਟਣ ਭੱਜਣ ਨਾਲ, ਜਲਵਾਯੂ ਨਾਲ, ਗਲਣ ਸੜਨ ਨਾਲ ਬਣਦੀ ਹੈ। ਮਿੱਟੀ ਮਨੁੱਖ ਵਾਸਤੇ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਾਧਨ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਮਿੱਟੀ ਵਿੱਚ ਹੀ ਫਸਲਾਂ ਹੁੰਦੀਆਂ ਹੈਗੀਆਂ ਅਤੇ ਬਨਸਪਤੀ ਤੋਂ ਬਿਨਾਂ ਤਾਂ ਮਨੁੱਖ ਦਾ ਜੀਵਨ ਹੀ ਨਹੀਂ ਹੈਗਾ। ਮਿੱਟੀ ਦੀਆਂ ਕਈ ਕਿਸਮਾਂ ਹੈਗੀਆਂ, ਰੇਤਲੀ ਮਿੱਟੀ, ਚੀਕਣੀ, ਦੋਮਟ, ਜਲੋੜ, ਪਰਬਤੀ, ਲਾਲ ਮਿੱਟੀ, ਬਹੁਤ ਸਾਰੀਆਂ ਕਿਸਮਾਂ ਮਿੱਟੀ ਦੀਆਂ। ਫਸਲਾਂ ਉਗਾਉਣ ਵਾਸਤੇ ਮਨੁੱਖ ਉਪਜਾਊ ਮਿੱਟੀ ਨੂੰ ਹੀ ਤਰਜੀਹ ਦਿੰਦਾ ਹੈਗਾ। ਯਾਨੀ ਕਿ ਫਸਲ ਉਗਾਉਣ ਵਾਸਤੇ ਉਹਨੂੰ ਕਿਹੜੀ ਮਿੱਟੀ ਚਾਹੀਦੀ ਹੈ? ਉਪਜਾਊ ਮਿੱਟੀ। ਅਤੇ ਉਪਜਾਊ ਮਿੱਟੀ ਵਾਲੇ ਇਲਾਕੇ ਜਿਹੜੇ ਸੰਘਣੇ ਵਸੋਂ ਵਾਲੇ ਹੁੰਦੇ ਕਿਉਂਕਿ ਉੱਥੇ ਲੋਕਾਂ ਨੂੰ ਫਸਲ ਮਿਲਦੀ ਹੈ। ਭੂਮੀ ਦਾ ਅਰਥ ਹੁੰਦਾ ਜ਼ਮੀਨ ਅਤੇ ਜਿਸ 'ਤੇ ਮਨੁੱਖ ਆਪਣੀ ਆਰਥਿਕ ਗਤੀਵਿਧੀਆਂ ਕਰਦਾ। ਮਨੁੱਖ ਬਹੁਤ ਲੰਮੇ ਸਮੇਂ ਤੋਂ ਭੂਮੀ ਸਾਧਨ ਦੀ ਵਰਤੋਂ ਕਰਦਾ ਆ ਰਿਹਾ ਅਤੇ ਇਹਦੇ ਖੇਤੀਬਾੜੀ ਲਈ ਇਹ ਉਪਯੋਗ ਕਿਹਦੇ ਲਈ ਕਰਦਾ। ਪਹਿਲਾਂ ਤਾਂ ਸਿਰਫ ਖੇਤੀ ਲਈ ਕਰਦਾ ਸੀ ਅਤੇ ਹੁਣ ਖੇਤੀਬਾੜੀ ਦੇ ਨਾਲ ਨਾਲ ਉਦਯੋਗ ਵੀ ਲਗਾਉਂਦਾ। ਯਾਨੀ ਕਿ ਕਾਰਖਾਨੇ ਵਗੈਰਾ ਉਸੇ ਉੱਤੇ ਹੀ ਉਹਦੇ ਆਵਾਜਾਈ ਦੇ ਸਾਧਨ ਹੈ, ਉਸੇ ਉੱਤੇ ਹੀ ਖੇਡਾਂ ਖੇਡਣਾ, ਸੈਰ ਸਪਾਟੇ ਦੀਆਂ ਚੀਜ਼ਾਂ ਅਤੇ ਭੂਮੀ ਦੀ ਵਰਤੋਂ ਉਸਦੇ ਧਰਾਤਲ ਅਨੁਸਾਰ ਹੀ ਕੀਤੀ ਜਾਂਦੀ ਹੈ। ਮਿੱਟੀ ਦੀ ਕਿਸਮ, ਪਾਣੀ ਜਾਂ ਨਿਕਾਸ ਦਾ ਮਨੁੱਖ ਦੀਆਂ ਲੋੜਾਂ ਅਨੁਸਾਰ ਹੀ ਹੁੰਦੀ ਹੈ। ਉਸ ਤੋਂ ਬਾਅਦ ਆ ਕੇ ਸਮੁੰਦਰੀ ਅਤੇ ਖਣਿਜ ਸਾਧਨ, ਮੈਰੀਨ ਐਂਡ ਮਿਨਰਲ ਰਿਸੋਰਸਿਸ। ਆਪਾਂ ਨੂੰ ਪਤਾ ਹੈ ਕਿ ਜਿਹੜਾ ਧਰਤੀ ਦਾ 71% ਹਿੱਸਾ ਜਿਹੜਾ ਉਹ ਪਾਣੀ ਹੈ। ਵੱਡੇ ਵੱਡੇ ਸਾਗਰ, ਬਹੁਤ ਵੱਡੇ ਸਮੁੰਦਰ, ਠੀਕ ਹੈ, ਅਤੇ ਇਹਨਾਂ ਵਿੱਚ ਜਿਹੜੇ ਜੀਵ ਹੁੰਦੇ ਆ, ਜੈਵਿਕ ਹੁੰਦੇ ਨਾ ਜੀਵ, ਰਹਿਣ ਵਾਲੇ ਜੀਵ ਹੈ, ਜੈਵਿਕ ਹੁੰਦੇ, ਖਣਿਜ ਅਤੇ ਸ਼ਕਤੀ ਸਾਧਨ ਉਹਦੇ ਵਿੱਚ ਆਪਾਂ ਨੂੰ ਸਮੁੰਦਰਾਂ ਤੋਂ ਹੀ ਮਿਲਦੇ ਆ। ਇਹ ਮੰਨਿਆ ਜਾਂਦਾ ਕਿ ਧਰਤੀ 'ਤੇ ਸਭ ਤੋਂ ਪਹਿਲਾ ਜੀਵ ਜਿਹੜਾ ਸਮੁੰਦਰ ਤੋਂ ਸ਼ੁਰੂ ਹੋਇਆ ਸੀ। ਧਰਤੀ ਦੇ 75% ਜੀਵ ਸਮੁੰਦਰਾਂ ਤੋਂ ਹੀ ਉਤਪੰਨ ਹੋਏ ਹੈ ਅਤੇ ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ ਦਿੰਦੇ ਹੈ। ਮੋਤੀ, ਘੋਗੇ, ਸਿੱਪੀਆਂ, ਹੀਰੇ, ਮੋਤੀ, ਸਾਰਾ ਕੁਛ ਇਹ ਸਮੁੰਦਰਾਂ ਤੋਂ ਮਿਲਦਾ। ਕਈ ਥਾਵਾਂ 'ਤੇ ਤਾਂ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਮਿਲਦੇ ਹਨ। ਮੱਛੀਆਂ ਸੰਸਾਰ ਦੀ ਬਹੁਤ ਵੱਡੀ ਜਨਸੰਖਿਆ ਦੀ ਖੁਰਾਕ ਦਿੰਦੀਆਂ। ਸਮੁੰਦਰ ਵਿੱਚ ਬਹੁਤ ਸਾਰੀਆਂ ਮੱਛੀਆਂ ਹੁੰਦੀਆਂ ਅਤੇ ਮਛੁਆਰੇ ਇਹਨਾਂ ਤੋਂ ਆਪਣਾ ਕੰਮ ਧੰਦਾ ਕਰਦੇ ਅਤੇ ਕਮਾਈ ਕਰਦੇ ਆ। ਖਣਿਜ ਸਾਧਨ ਯਾਨੀ ਮਿਨਰਲ ਰਿਸੋਰਸਿਸ ਕਿਹੜੇ ਹੁੰਦੇ ਆ? ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ, ਅਤੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਧਾਤੂ ਖਣਿਜ ਹੁੰਦੇ ਆ ਅਤੇ ਦੂਸਰੇ ਅਧਾਤੂ ਯਾਨੀ ਮੈਟਲਿਕ ਐਂਡ ਨੋਨ ਮੈਟੈਲਿਕ। ਜਿਹੜੇ ਧਾਤੂ ਖਣਿਜ ਹੁੰਦੇ ਆ ਉਹਨਾਂ ਵਿੱਚ ਕੀ ਕੁਛ ਆਉਂਦਾ? ਲੋਹਾ, ਚਾਂਦੀ, ਸੋਨਾ, ਤਾਂਬਾ ਵਗੈਰਾ, ਠੀਕ ਹੈ, ਅਤੇ ਅਧਾਤੂ ਖਣਿਜਾਂ ਵਿੱਚ ਪੈਟਰੋਲੀਅਮ ਅਤੇ ਕੋਲਾ, ਅਬਰਕ ਵਗੈਰਾ ਆ ਜਾਂਦੇ। ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਹੁੰਦੇ ਆ ਅਤੇ ਸਿੱਧੇ ਤੌਰ 'ਤੇ ਵਰਤੋਂ ਵਿੱਚ ਨਹੀਂ ਲਿਆਏ ਜਾਂਦੇ। ਯਾਨੀ ਕਿ ਜਿਵੇਂ ਕੋਲਾ, ਆਪਾਂ ਮੰਨ ਲਓ ਕੋਲਾ ਆਪਾਂ ਜ਼ਮੀਨ 'ਚੋਂ ਕੱਢੀਏ ਤਾਂ ਆਪਾਂ ਉਹਨੂੰ ਸਿੱਧੇ ਤੌਰ 'ਤੇ ਯੂਜ਼ ਨਹੀਂ ਕਰ ਸਕਦੇ, ਜਾਂ ਲੋਹਾ ਜਾਂ ਸੋਨਾ ਪਹਿਲਾਂ ਇਹਨਾਂ ਨੂੰ ਸਾਫ਼ ਕੀਤਾ ਜਾਂਦਾ, ਸ਼ੁੱਧ ਕੀਤਾ ਜਾਂਦਾ, ਉਸ ਤੋਂ ਬਾਅਦ ਆਪਣੇ ਕੋਲ ਆਉਂਦਾ ਇਹ। ਉਸ ਤੋਂ ਬਾਅਦ ਮਨੁੱਖੀ ਸਾਧਨ।
ਸਭ ਤੋਂ ਮਹੱਤਵਪੂਰਨ ਸਾਧਨ ਹੈ ਮਨੁੱਖੀ ਸਾਧਨ। ਕੁਦਰਤ ਦੀਆਂ ਦੁਆਰਾ ਪੈਦਾ ਕੀਤੇ ਗਏ ਸਾਰੇ ਸਾਧਨਾਂ ਵਿੱਚੋਂ ਮਨੁੱਖ ਜਿਹੜਾ ਹੈ ਇਹ ਸਰਵੋਤਮ ਮੰਨਿਆ ਗਿਆ, ਕਿਉਂਕਿ ਜੀਵ ਤਾਂ ਬਹੁਤ ਸਾਰੇ ਆ, ਪਰ ਮਨੁੱਖ ਜਿਹੜਾ ਸਰਵੋਤਮ ਪ੍ਰਾਣੀ ਹੈ, ਕਿਉਂਕਿ ਇਹੀ ਹੈ ਜਿਹੜਾ ਕਿ ਆਪਣੀ ਬੁੱਧੀ ਦਾ ਇਸਤੇਮਾਲ ਕਰਦਾ ਹੈ ਨਾ। ਸ਼ਕਤੀ ਮਨੁੱਖ ਆਪਣੇ ਆਪ ਨੂੰ ਇੱਕ ਬਹੁਤ ਵੱਡਾ ਰਿਸੋਰਸ ਹੈ, ਬਹੁਤ ਵੱਡਾ ਸਾਧਨ ਹੈ। ਹੋਰ ਸਾਧਨਾਂ ਦੀ ਵਰਤੋਂ ਮਨੁੱਖ ਹੀ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ, ਅਤੇ ਇਹਦੇ ਦਿਮਾਗ ਲਾ ਕੇ ਜਿੰਨਾ ਮਰਜ਼ੀ ਕਰ ਸਕਦਾ ਹੈ। ਜਾਪਾਨ ਦੇਸ਼ ਇੱਕ ਬਹੁਤ ਵੱਡਾ ਉਦਾਹਰਣ ਹੈਗਾ ਆਪਣੇ ਲਈ, ਜਿਵੇਂ ਕਿ ਜਾਪਾਨ ਜਿਹੜਾ ਇੱਕ ਛੋਟਾ ਜਿਹਾ ਦੇਸ਼ ਹੈ, ਪਰ ਉੱਥੋਂ ਦੇ ਲੋਕ ਬਹੁਤ ਬੁੱਧੀਮਾਨ ਹਨ ਅਤੇ ਉਹ ਥੋੜ੍ਹੇ ਜਿਹੇ ਸਾਧਨਾਂ ਨਾਲ ਹੀ ਆਪਣੇ ਦੇਸ਼ ਦਾ ਵਿਕਾਸ ਕਰ ਰਹੇ ਹੈ। ਅਤੇ ਇਸ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਆਪਣੇ ਦਿਮਾਗ ਨਾਲ ਆਪਣੇ ਦੇਸ਼ ਨੂੰ ਤਰੱਕੀ ਦਿਵਾ ਸਕਦਾ ਹੈ। ਹੁਣ ਗੱਲ ਆਉਂਦੀ ਹੈ ਸਾਧਨਾਂ ਦੀ ਸਾਂਭ ਸੰਭਾਲ ਬਾਰੇ, ਕਿ ਕੁਦਰਤ ਨੇ ਤਾਂ ਬਹੁਤ ਸਾਰੇ ਸਾਧਨ ਆਪਾਂ ਨੂੰ ਦਿੱਤੇ ਹੈ, ਅਤੇ ਪਰ ਆਪਾਂ ਇਹਨਾਂ ਦੀ ਸੰਭਾਲ ਕਿਵੇਂ ਕਰਨੀ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਦੀ ਵਰਤੋਂ ਜਿਹੜੀ ਆਪਾਂ ਚੰਗੀ ਤਰ੍ਹਾਂ ਕਰ ਸਕੀਏ। ਜਿਵੇਂ ਕਿ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਕਿ ਸਾਧਨ ਦੋ ਤਰ੍ਹਾਂ ਦੇ ਹੁੰਦੇ, ਨਵਿਆਉਣਯੋਗ ਅਤੇ ਨਾ ਨਵਿਆਉਣਯੋਗ। ਅਤੇ ਆਪਾਂ ਕਿਹਨਾਂ ਨੂੰ ਸੰਭਾਲਣਾ ਹੁੰਦਾ, ਨਵਿਆਉਣਯੋਗ ਜਾਂ ਨਾ ਨਵਿਆਉਣਯੋਗ, ਜਿਹੜੇ ਖਤਮ ਹੋ ਜਾਣ ਅਤੇ ਨਾ ਖਤਮ ਹੋਣ ਯੋਗ ਹਨ। ਜਿਹੜੇ ਚੀਜ਼ਾਂ ਖਤਮ ਹੋ ਜਾਣਗੀਆਂ, ਜਿਹੜੇ ਸੋਰਸ ਸਾਨੂੰ ਪਤਾ ਹੈ ਜਿਵੇਂ ਪੈਟਰੋਲੀਅਮ, ਕੋਲਾ ਵਗੈਰਾ, ਤਾਂ ਉਹਨਾਂ ਦੀ ਵਰਤੋਂ ਸਾਨੂੰ ਪਹਿਲਾਂ ਹੀ ਦੇਖਭਾਲ ਕੇ ਕਰਨੀ ਚਾਹੀਦੀ ਹੈ, ਤਾਂ ਕਿ ਆਉਣ ਵਾਲੀ ਪੀੜ੍ਹੀ ਵੀ ਉਹਨਾਂ ਦੀ ਵਰਤੋਂ ਕਰ ਸਕੇ। ਅਤੇ ਹਰ ਕਿਸਮ ਦੇ ਸਾਧਨ ਲਈ ਜ਼ਰੂਰੀ ਹੈ, ਪਰ ਜਿਹੜੇ ਸਾਧਨ ਜਿਵੇਂ ਕਿ ਦੁਬਾਰਾ ਨਹੀਂ ਮਿਲਦੇ ਉਹਨਾਂ ਦੀ ਜ਼ਿਆਦਾ ਜ਼ਰੂਰੀ ਹੈ, ਜਿਵੇਂ ਕਿ ਕੋਲਾ, ਪੈਟਰੋਲੀਅਮ ਵਗੈਰਾ ਵਰਤੇ ਗਏ ਤਾਂ ਲਗਭਗ 80% ਪਤਰਾਟ ਬਾਲਣ ਇੱਕ ਸਦੀ ਵਿੱਚ ਹੀ ਖਤਮ ਹੋ ਜਾਣਗੇ ਜੇ ਆਪਾਂ ਇਹਨਾਂ ਨੂੰ ਸਹੀ ਤਰ੍ਹਾਂ ਨਾ ਵਰਤਾਂਗੇ ਤਾਂ। ਇਹਨਾਂ ਸਾਧਨਾਂ ਤੋਂ ਇਲਾਵਾ ਸਾਨੂੰ ਹੋਰ ਸਾਧਨਾਂ ਜਿਵੇਂ ਕਿ ਮਿੱਟੀ, ਪਾਣੀ, ਜੰਗਲ ਆਦਿ ਸਾਰਿਆਂ ਦੀ ਹੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ, ਅਤੇ ਧਿਆਨ ਰੱਖਿਆ ਜਾਵੇ ਕਿ ਵਰਤੋਂ ਸਮੇਂ ਇਹਨਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ, ਕਿਉਂਕਿ ਦੁਬਾਰੇ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿੱਚ ਲਿਆਇਆ ਜਾਵੇ, ਅਤੇ ਇਹ ਜਿਹੜੇ ਮੁੜ ਵਰਤੋਂ ਵਾਲਾ ਨਿਯਮ ਹੈ ਉਹ ਯੂਜ਼ ਕੀਤਾ ਜਾਵੇ। ਸਾਧਨਾਂ ਦੀ ਵਰਤੋਂ ਕਰਨ ਵਾਲਿਆਂ ਦੇ ਗਿਆਨ ਦਾ, ਵਿੱਦਿਆ ਦਾ ਅਤੇ ਤਕਨੀਕ ਸਿੱਖਿਆ ਦਾ ਪੱਧਰ ਉੱਚਾ ਚੁੱਕਿਆ ਜਾਵੇ। ਸਾਧਨਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ, ਅਤੇ ਇਹ ਧਿਆਨ ਰੱਖਿਆ ਜਾਵੇ ਕਿ ਵੀ ਕੋਈ ਵੀ ਸਾਧਨ ਵਿਅਰਥ ਨਾ ਜਾਵੇ।